ਸਤਿਕਾਰਯੋਗ ਸਾਥੀਓ, ਮੇਰੇ ਵੱਲੋਂ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਨਮਸਤੇ, ਸਲਾਮ, ਅਦਾ। ਦੋਸਤੋ, ਅੱਜ ਆਪਾਂ ਇੱਕ ਸਮਾਜ ਦੀ ਸਿੱਖਿਆ ਦੇ ਪੱਧਰ ਤੇ ਵਿਸ਼ੇ ਤੇ ਗੱਲ ਕਰਾਂਗੇ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਕੂਲ ਸਾਨੂੰ ਸਿੱਖਿਆ ਦਾ ਜਿਹੜਾ ਪ੍ਰਾਪਤ ਕਿੱਥੋਂ ਹੁੰਦੀ ਆ, ਜਾਂ ਇਹ ਵੀ ਸਾਨੂੰ ਪਤਾ ਵੀ ਬਿਨਾਂ ਸਿੱਖਿਆ ਤੋਂ ਇਨਸਾਨ ਆ ਜਿਹੜਾ ਤੇ ਇਨਸਾਨ ਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ। ਤੇ ਸਿੱਖਿਆ ਸਾਨੂੰ ਸਭ ਤੋਂ ਪਹਿਲਾਂ ਸਾਡੇ ਮਾਂ-ਬਾਪ, ਪਹਿਲਾਂ ਸਾਡੀ ਮਾਂ ਫਿਰ ਪਿਤਾ ਸਾਨੂੰ ਸਿੱਖਿਆ ਦਿੰਦੇ ਹਨ। ਉਸ ਤੋਂ ਬਾਅਦ ਸਾਨੂੰ ਸਿੱਖਣ ਦੇ ਲਈ ਸਕੂਲ ਭੇਜਦੇ ਆ। ਸਕੂਲਾਂ ਤੋਂ ਬਾਅਦ ਅਸੀਂ ਕਾਲਜਾਂ ਦੇ ਵਿੱਚ ਪਹੁੰਚਦੇ ਹਾਂ। ਪ੍ਰਾਇਮਰੀ ਸਕੂਲ, ਹਾਈ ਸਕੂਲ, ਕਾਲਜਾਂ ਤੋਂ ਬਾਅਦ ਯੂਨੀਵਰਸਿਟੀਆਂ ਆ ਜਾਂਦੀਆਂ। ਪਰ ਸਾਰਿਆਂ ਨੂੰ ਉੱਥੇ ਤੱਕ, ਕਾਲਜਾਂ ਯੂਨੀਵਰਸਿਟੀਆਂ ਤੱਕ ਜਾਣ ਦਾ ਮੌਕਾ ਨਹੀਂ ਮਿਲਦਾ। ਸਿੱਖਿਆ ਦਾ ਪੱਧਰ ਜਿਹੜਾ ਛੋਟਾ ਰਹਿ ਜਾਂਦਾ। ਫਿਰ ਵੀ ਬਹੁਤ ਸਾਰੀ ਸਿੱਖਿਆ ਜਿਹੜੀ ਸਾਨੂੰ ਜ਼ਮਾਨਾ ਸਿਖਾਉਂਦਾ ਜਦੋਂ ਅਸੀਂ ਜ਼ਮਾਨੇ ਦੇ ਵਿੱਚ ਵਿਚਰਦੇ ਹਾਂ। ਜਿੱਦਾਂ ਜਿੱਦਾਂ ਕੋਈ ਸਾਨੂੰ ਪ੍ਰੋਬਲਮ ਆਉਂਦੀ ਆ, ਸਾਡੀ ਸਮੱਸਿਆ ਆਉਂਦੀ ਆ, ਜਾਂ ਸਾਡਾ ਕੋਈ ਲਫੜਾ ਝਗੜਾ, ਕਚਹਿਰੀ ਮੁਕੱਦਮੇ ਸਾਡੇ ਤੇ ਪੈਂਦੇ ਆ, ਜਾਂ ਜ਼ਿੰਮੇਵਾਰੀ ਪੈਂਦੀ ਆ ਕੋਈ, ਉਹ ਵੀ ਸਾਨੂੰ ਬਹੁਤ ਕੁਝ ਸਿਖਾਉਂਦੀ ਆ। ਸੋ ਇਸੇ ਤਰੀਕੇ ਨਾਲ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਿਆ, ਅੱਜ ਵੀ ਸਿੱਖ ਰਿਹਾ। ਜਿੱਥੇ ਜਿੱਥੇ ਮੈਨੂੰ ਸਿੱਖਣ ਦਾ ਮੌਕਾ ਮਿਲਿਆ, ਮੈਂ ਹਰ ਜਗ੍ਹਾ ਤੋਂ ਸਿੱਖਿਆ। ਤੇ ਜੋ ਸਿੱਖਿਆ ਮੇਰੇ ਕੋਲੇ ਆ, ਹੋਰ ਸਿੱਖ ਰਿਹਾ। ਬਹੁਤ ਸਾਰਾ ਗਿਆਨ ਹਲੇ ਮੇਰੇ ਕੋਲ ਨਹੀਂ ਪਹੁੰਚਿਆ। ਤੇ ਚਲੋ, ਜਿਸ ਤਰ੍ਹਾਂ ਵੀ ਸਾਨੂੰ ਸਮੇਂ ਦੇ ਹਿਸਾਬ ਨਾਲ, ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਸਿੱਖਣ ਦਾ ਮੌਕਾ ਮਿਲਦਾ, ਸਿੱਖਦੇ ਹਾਂ। ਤੇ ਸਿੱਖਿਆ ਦੇ ਵਿੱਚ ਮੈਂ ਇੱਕ ਆਪਣੇ ਐਸੇ ਦੋਸਤ ਨੂੰ ਮਿਲਿਆ ਕਿ ਮੈਂ ਕਾਲਜ ਵਿੱਚ ਪੜ੍ਹਦਾ ਹੁੰਦਾ ਸੀਗਾ, BA ਫਾਈਨਲ ਦੇ ਵਿੱਚ। ਉਹ ਮੇਰਾ ਦੋਸਤ ਵੀ ਮੇਰੇ ਕੋਲ ਆ ਕੇ ਕਹਿੰਦਾ, ਮੈਂ ਉਹਦੇ ਕੋਲ ਗਿਆ, ਜਦੋਂ ਉਹਨੇ ਕਿਤਾਬਾਂ ਦਾ ਆਪਦਾ ਟਰੰਕ ਖੋਲ੍ਹਿਆ, ਉਹ ਕਿਤਾਬਾਂ ਦੇਖੀਆਂ ਤਾਂ ਤਰਕਸ਼ੀਲ ਸਾਹਿਤ ਦੀਆਂ ਬਹੁਤ ਸਾਰੀਆਂ ਕਿਤਾਬਾਂ, ਮਨੋਵਿਗਿਆਨ ਦੀਆਂ ਬਹੁਤ ਕਿਤਾਬਾਂ ਉਹਨੇ ਪੜ੍ਹ ਕੇ ਮੈਨੂੰ ਸੁਣਾਈਆਂ, ਦਿਖਾਈਆਂ, ਕੱਢ ਕੇ ਦਿਖਾਈਆਂ। ਪੜ੍ਹੀਆਂ ਵੀ ਉਹਨੇ ਬਹੁਤ ਸੀ, ਨੌਲੇਜ ਵੀ ਬਹੁਤ ਸੀ, ਲੇਕਿਨ ਉਹ ਨੌਲੇਜ ਨੂੰ ਆਪਣੇ ਤੱਕ ਹੀ ਸੀਮਿਤ ਰੱਖਿਆ ਸੀ ਬੰਦੇ ਨੇ, ਵੀ ਉਹਨੂੰ ਪ੍ਰਕਾਸ਼ ਨਹੀਂ ਕੀਤਾ, ਵੀ ਉਸ ਨੌਲੇਜ ਨੂੰ ਅੱਗੇ ਵੰਡਿਆ ਜਾਵੇ। ਜਦ ਕਿ ਸਾਡੇ ਸੰਸਾਰ ਨੂੰ ਬਹੁਤ ਲੋੜ ਆ ਗਿਆਨ ਦੀ। ਬਹੁਤ ਸਾਰਾ ਗਿਆਨ ਆ ਸਾਡੇ ਸੰਸਾਰ ਨੂੰ, ਗਿਆਨ ਤੋਂ ਵਾਂਝੇ ਰੱਖਿਆ ਗਿਆ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਤੇ ਅਸੀਂ ਜਾਣਦੇ ਹਾਂ, ਹਿਸਟਰੀ ਨੂੰ, ਇਤਿਹਾਸ ਨੂੰ ਜਾਣਦੇ ਹਾਂ ਕਿ ਜਿਹੜਾ ਪੜ੍ਹਨ ਲਿਖਣ ਦਾ ਅਧਿਕਾਰ ਸਿਰਫ ਰਾਜੇ ਮਹਾਰਾਜਿਆਂ ਦੇ ਮੁੰਡਿਆਂ ਨੂੰ ਹੁੰਦਾ ਸੀ, ਪੁੱਤਾਂ ਧੀਆਂ ਨੂੰ। ਉਹਨਾਂ ਨੂੰ ਸਕੂਲੀ ਕਿਤਾਬਾਂ ਸਿੱਖਿਆ ਸਾਰਾ, ਫਿਰ ਉਹਨਾਂ ਨੂੰ ਘੋੜ ਸਵਾਰੀ, ਫਿਰ ਉਹਨਾਂ ਨੂੰ ਲੜਨ ਦੀ ਟ੍ਰੇਨਿੰਗ, ਸ਼ਾਸਤਰਬਾਜੀ, ਸਾਰੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਦੂਜਾ, ਉਹਨਾਂ ਦੇ ਜਿਹੜੇ ਮੁਕਾਬਲੇ ਵੀ ਰਾਜਿਆਂ ਦੇ, ਮਹਾਰਾਜਿਆਂ ਦੇ ਮੁੰਡਿਆਂ ਦੇ ਆਪਸ ਵਿੱਚ ਹੀ ਹੁੰਦੇ ਸੀ, ਕਿ ਜਿਹੜੇ ਆਮ ਸਾਡੇ ਪਰਜਾ ਸੀ, ਸਾਡੇ ਲੋਕਾਂ ਨੂੰ ਨਾ ਸਿੱਖਿਆ ਦਾ ਅਧਿਕਾਰ ਸੀ, ਨਾ ਅਸੀਂ ਉਹਨਾਂ ਨਾਲ ਲੜ ਸਕਦੇ ਸੀ। ਜੇ ਸਿੱਖ ਵੀ ਗਏ ਤਾਂ ਲੜ ਨਹੀਂ ਸੀ ਸਕਦੇ। ਇਹ ਵੀ ਸਾਡਾ ਇਤਿਹਾਸ ਦੱਸਦਾ ਹੈ। ਸੋ ਅਸੀਂ ਦੇਖਦੇ ਹਾਂ ਕਿ ਬਾਹਰਲੇ ਹਮਲਾਵਰ ਵੀ ਸਾਡੇ ਦੇਸ਼ 'ਤੇ ਆਏ। ਉਹਨਾਂ ਨੇ ਹੌਲੀ ਹੌਲੀ, ਸਭ ਤੋਂ ਜ਼ਿਆਦਾ ਅੰਗਰੇਜ਼ਾਂ ਨੇ ਸਾਡੇ ਸਿੱਖਣ ਦੇ ਅਧਿਕਾਰ ਸਾਨੂੰ ਦਿੱਤੇ ਆ। ਉਸ ਤੋਂ ਬਾਅਦ ਫਿਰ ਵੀ ਜਾਤੀ ਵਿਤਕਰੇ ਦੇ ਹਿਸਾਬ ਨਾਲ ਸਾਨੂੰ ਉੱਥੇ ਤੇ ਜਾਣ ਤੋਂ ਰੋਕਿਆ ਗਿਆ। ਤੇ ਉਹਨਾਂ ਦੇ ਵਿੱਚੋਂ ਇੱਕ ਸਾਡੇ ਮਹਾਨ ਰਹਿਬਰ ਜਿਹੜੇ ਹੋਏ ਆ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ, ਉਹਨਾਂ ਨੂੰ ਜਦੋਂ ਉੱਚ ਸਿੱਖਿਆ ਪ੍ਰਾਪਤ ਹੋ ਗਈ, ਉਹਨਾਂ ਨੇ ਇਹ ਸਾਰਾ ਇਤਿਹਾਸ ਦੀਆਂ ਜੜ੍ਹਾਂ ਦੇਖੀਆਂ ਵੀ ਕਿੱਥੇ ਭਾਰਤ ਦੇ ਵਿੱਚ ਇਹ ਜੋ ਸਿੱਖਿਆ ਦੀ ਘਾਟ ਆ, ਕਿੱਥੇ ਇਹਦੀਆਂ ਜੜ੍ਹਾਂ ਫਸੀਆਂ ਹੋਈਆਂ। ਉਹ ਸਾਰੀਆਂ ਉਹਨਾਂ ਨੇ ਇਤਿਹਾਸ ਦੇ ਵਿੱਚੋਂ ਫੋਲ ਕੇ ਸੈੱਟ ਕਰਕੇ
ਉਹਨੂੰ ਸੰਵਿਧਾਨ ਦੇ ਵਿੱਚ ਸੈੱਟ ਕਰਤਾ, ਲੋਕਾਂ ਨੂੰ ਸਿੱਖਿਆ ਦਾ ਸੰਵਿਧਾਨਕ ਅਧਿਕਾਰ ਦਿੱਤਾ ਬਰਾਬਰ। ਉਦੋਂ ਆਪਾਂ ਥੋੜ੍ਹਾ ਜਿਹਾ ਪਹਿਲਾਂ ਜਾਂਦੇ ਹਾਂ ਤਾਂ ਸਾਡੇ ਸਿੱਖ ਗੁਰੂ ਸਾਹਿਬਾਨ ਜਿਹੜੇ ਗੁਰਬਾਣੀ ਦੇ ਰਚੈਤਾ ਹੋਏ ਆ, ਜਿੰਨੇ ਵੀ ਮਹਾਂਪੁਰਸ਼ ਪੂਰੇ ਭਾਰਤ ਵਿੱਚ ਹੋਏ ਆ, ਇਕੱਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਅਤੇ ਉਹ ਸਾਰਿਆਂ ਨੇ ਹੀ ਇੱਕ ਸਿੱਖਣ ਦੇ ਅਧਿਕਾਰਾਂ ਲਈ, ਹਰੇਕ ਦੇ ਸਿੱਖਣ ਦੇ ਅਧਿਕਾਰਾਂ ਲਈ, ਨਾਗਰਿਕਾਂ ਦੇ ਸਿੱਖਣ ਦੇ ਅਧਿਕਾਰਾਂ ਦੇ ਲਈ ਇੱਕ ਅੰਦੋਲਨ ਚਲਾਇਆ, ਜਿਸ ਨੂੰ ਸਿੱਖ ਕਿਹਾ। ਉਹ ਸਿੱਖਣ ਦਾ ਅਧਿਕਾਰਾਂ ਦਾ ਅੰਦੋਲਨ, ਵੀ ਸਾਰਿਆਂ ਨੂੰ ਬਰਾਬਰ ਸਿੱਖਣ ਦਾ ਅਧਿਕਾਰ ਮਿਲੇ, ਕਿਉਂਕਿ ਉਸ ਦਾ ਵੇਰਵਾ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਦੇਖੋ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ। ਹੁਣ ਇੱਕ ਦਿਨ ਕੀ ਹੋਇਆ, ਸਾਡੇ ਸਕੂਲ ਦੇ ਵਿੱਚ ਸਾਲਾਨਾ ਸਮਾਗਮ ਸੀਗਾ, ਜਿੱਥੇ ਮੈਨੂੰ ਵੀ ਸਨਮਾਨ ਕੀਤਾ ਟੀਚਰਾਂ ਨੇ। ਅਤੇ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਗਿਆ। ਪਾਠੀ ਸਿੰਘ ਪਾਠ ਕਰ ਰਿਹਾ ਸੀ ਸੁਖਮਨੀ ਸਾਹਿਬ ਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਠੇ ਸੀਗੇ। ਮੈਂ ਆਪਣੇ ਦੋਸਤ ਨੂੰ ਪੁੱਛ ਲਿਆ ਵੀ ਭਾਈ ਸਾਹਿਬ, ਆਪ ਨੂੰ ਪਾਠ ਦੀ ਸਮਝ ਲੱਗਦੀ ਆ? ਉਹ ਵਿਚਾਰਾ ਸੱਚ ਬੋਲ ਪਿਆ ਵੀ ਨਹੀਂ, ਵੀ ਪਾਠ ਦੀ ਸਮਝ ਨਹੀਂ ਲੱਗਦੀ। ਅਤੇ ਕਿੰਨੀ ਸਾਡੇ ਘਾਟੇ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬੋਲਦੇ ਹੋਣ, ਸਾਨੂੰ ਸਮਝ ਨਾ ਲੱਗੇ। ਕਿੱਡੀ ਵੱਡੀ ਘਾਟ ਆ, ਉਹ ਵੀ ਸਕੂਲ ਵਿੱਚ ਬੈਠ ਕੇ। ਬਹੁਤ ਵੱਡੀ ਘਾਟ ਮਹਿਸੂਸ ਹੋਈ, ਜਦ ਕਿ ਮੈਨੂੰ ਇਸ ਚੀਜ਼ ਦਾ ਚਲੋ ਮਾਣ ਵੀ ਸੀ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾ ਸੁਖਮਨੀ ਸਾਹਿਬ ਦਾ ਪਾਠ ਮੈਂ ਘਰੇ ਕਰਦਾ ਰਹਿੰਦਾ ਹੁੰਦਾ ਸੀ। ਅਤੇ ਉਹ ਮੈਨੂੰ ਬਹੁਤ ਸਾਰਾ ਜਾਣੀ ਜਦੋਂ ਪਾਠੀ ਪਾਠ ਕਰਦੇ ਆ, ਅਤੇ ਮੇਰੇ ਨਾਲ ਮੇਰੇ ਉਹ ਜਿਹੜੇ ਦਿਮਾਗ 'ਚ ਆਪਣੇ ਆਪ ਹੀ ਚੱਲਣ ਲੱਗ ਜਾਂਦਾ, ਜਿੱਦਾਂ ਆਮ ਸੰਗਤ 'ਤੇ ਚੱਲਦਾ, ਜੋ ਪਾਠ ਕਰ ਲੈਂਦਾ ਉਹਦੇ ਚੱਲਦਾ ਹੀ ਹੁੰਦਾ। ਪਰ ਉਹਦੇ ਅਰਥ ਵੀ ਸਮਝਦੇ ਆ ਵੀ ਉਹਦੇ ਅਰਥ ਵਿੱਚ ਕਹਿੰਦੇ ਕੀ ਆ। ਹੁਣ ਉਹਨਾਂ ਨੇ ਤਾਂ ਇਹ ਲਿਖਿਆ ਹੋਇਆ ਸੀ, ਗਿਆਨ ਅੰਜਨ ਗੁਰੂ ਦੀਆ, ਅਗਿਆਨ ਅੰਧੇਰ ਵਿਨਾਸ਼, ਵੀ ਮੈਨੂੰ ਮੇਰੇ ਗੁਰੂ ਨੇ ਗਿਆਨ ਦੇ ਕੇ ਮੇਰੀ ਅੱਖਾਂ ਦੇ ਵਿੱਚ ਐਸਾ ਸੁਰਮਾ ਪਾਤਾ ਵੀ ਮੇਰਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਜਿਹੜਾ ਮੈਨੂੰ ਸਮਝ ਨਹੀਂ ਸੀ, ਹੁਣ ਮੈਨੂੰ ਸਮਝ ਲੱਗ ਗਈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼, ਵੀ ਇੱਕ ਕੁਦਰਤ ਦੀ ਮੇਰੇ ਤੇ ਰਹਿਮਤ ਹੋਈ ਆ ਕਿ ਮੈਨੂੰ ਇੱਕ ਸਤਿਗੁਰੂ ਮਿੱਤਰ ਦੇ ਰੂਪ ਦੇ ਵਿੱਚ ਮਿਲ ਗਿਆ, ਇੱਕ ਮਾਸਟਰ ਮਿਲ ਗਿਆ ਮੈਨੂੰ, ਜਿਹਨੇ ਮੈਨੂੰ ਆਹ ਗੱਲ ਸਮਝਾਤੀ, ਮੈਨੂੰ ਸਿੱਖਿਆ ਦਿੱਤੀ। ਸਤਿਗੁਰੂ ਸਿੱਖਣ ਵਾਲੇ ਨੂੰ ਕਹਿੰਦੇ ਆ, ਸਿਖਾਉਣ ਵਾਲੇ ਨੂੰ ਕਹਿੰਦੇ ਆ ਸਤਿਗੁਰੂ। ਸਿੱਖਣ ਵਾਲੇ ਨੂੰ ਸਿੱਖ, ਸਿਖਾਉਣ ਵਾਲੇ ਨੂੰ ਸਤਿਗੁਰੂ। ਇਸੇ ਕਰਕੇ ਜਿੰਨੇ ਵੀ ਉਹ ਰਹਿਬਰ ਆਏ ਆ ਗੁਰਬਾਣੀ ਵਾਲੇ, ਲਿਖਣ ਵਾਲੇ, ਰਚੈਤਾ, ਉਹ ਸਾਰੇ ਸਾਨੂੰ ਸਿਖਾਉਣ ਵਾਲੇ ਸੀ, ਅਸੀਂ ਉਹਨਾਂ ਦੇ ਸਿੱਖਣ ਵਾਲੇ ਸੀ। ਅਸੀਂ ਉਹਨਾਂ ਦੀ ਸਿੱਖਿਆ ਦੇ ਸਿੱਖ ਹਾਂ। ਜੇ ਅਸੀਂ ਨਹੀਂ ਸਿੱਖਦੇ ਤਾਂ ਅਸੀਂ ਸਿੱਖ ਹੀ ਹੈ ਨਹੀਂ। ਜੇ ਅਸੀਂ ਲੋਕਾਂ ਨੂੰ ਜਿੰਨੀ ਕਿਸੇ ਜਾਣਦੇ ਹਾਂ, ਉਹਨਾਂ ਕਿਸੇ ਸਿਖਾਉਣ ਤੁਰ ਜਾਈਏ ਵੀ ਇੰਨਾ ਕਿ ਵੀ ਤੂੰ ਮੈਂ ਤੈਨੂੰ ਸਿਖਾਉਣਾ ਆ ਜਾ, ਫਿਰ ਅਸੀਂ ਸਿਖਾਉਣ ਵਾਲੇ ਬਣ ਗਏ। ਜਦੋਂ ਅਸੀਂ ਸਿੱਖਣ ਵਾਲੇ ਬਣਦੇ, ਹਰ ਜਗ੍ਹਾ ਤੋਂ ਸਿੱਖਣਾ, ਹਰ ਜਰਰੇ ਤੋਂ ਸਿੱਖਣਾ, ਹਰ ਪੁਆਇੰਟ ਤੋਂ ਸਿੱਖਣਾ, ਹਰ ਗਲਤੀ ਤੋਂ ਸਿੱਖਣਾ ਹੈ। ਅਸੀਂ ਇਨਸਾਨ ਆ, ਸਾਡੇ ਕੋਲ ਗਲਤੀਆਂ ਹੁੰਦੀਆਂ, ਭੁੱਲਾਂ ਹੁੰਦੀਆਂ, ਕਈ ਵਾਰੀ ਗਰਮ ਹੋ ਕੇ ਵੱਧ ਬੋਲ ਜਾਂਦੇ ਹਾਂ ਕਿਸੇ ਨੂੰ, ਕਈ ਵਾਰੀ ਅਸੀਂ ਦੂਜੇ ਨੂੰ ਤੋਂ ਜ਼ਿਆਦਾ ਸਿੱਖਿਆਵਾਨ ਹੋਣ ਦੀ ਕੋਸ਼ਿਸ਼ ਕਰਦੇ ਹਾਂ ਵੀ ਮੈਂ ਜ਼ਿਆਦਾ ਸਿੱਖਿਆਵਾਨ। ਇਹ ਵੀ ਇੱਕ ਘਾਟ ਆਪਣੇ ਦਿਮਾਗ ਵਿੱਚ। ਸਿੱਖਣ ਵਾਲਾ ਕਦੇ ਵੀ ਕਿਸੇ ਤੋਂ ਵੱਡਾ ਨਹੀਂ ਹੁੰਦਾ। ਅਤੇ ਜਦੋਂ ਚਲੋ ਸਨਮਾਨ, ਜੇ ਲੋਕ ਨੂੰ ਚੰਗਾ ਲੱਗਦਾ, ਲੋਕ ਸਨਮਾਨ ਕਰਦੇ ਆ, ਇਹ ਵੱਖਰੀ ਗੱਲ ਆ। ਅਤੇ ਲੇਕਿਨ ਜੇ ਆਪਾਂ ਸਨਮਾਨ ਨੂੰ ਧੱਕੇ ਨਾਲ ਵੀ ਨਹੀਂ ਲੈ ਸਕਦੇ, ਇਹ ਵੀ ਗੱਲ ਆ। ਸਨਮਾਨ ਹੁੰਦਾ ਵੀ ਆਪਣੇ ਗੁਣਾਂ ਦੇ ਵਿੱਚ ਆਪਾਂ ਬੜੋਤਰੀ ਕਰੀਏ, ਵਾਧਾ ਕਰੀਏ, ਆਪਾਂ ਆਪਣੇ ਜਿਹੜੇ ਪ੍ਰਦਰਸ਼ਨ ਕਰੀਏ। ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕੀਤਾ, ਕਹਿੰਦਾ ਹਰਵਿੰਦਰ ਸਿੰਘ ਜੀ, ਵੀ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜੇ ਕਿਤੇ ਸੂਰਜ ਚਮਕਦਾ, ਉਹ ਰੱਜੋਵਾਲ 'ਚ ਹੀ ਚਮਕਦਾ। ਮੈਂ ਇੰਨੀ ਆਪਣੇ ਆਪ ਨੂੰ ਇੰਨਾ ਯੋਗਤਾ ਨਹੀਂ ਸਮਝਦਾ, ਲੇਕਿਨ ਇਹ ਉਹਦੇ ਇੱਕ ਸ਼ਬਦ ਸੀਗੇ ਜੋ ਮੈਨੂੰ ਉਹਨੇ ਸਿੱਧੇ ਸੰਬੋਧਨ ਕੀਤੇ। ਫਿਰ ਮੈਂ ਕਿਹਾ ਜੀ, ਤੁਸੀਂ ਕਿੱਦਾਂ ਇਹ ਮਹਿਸੂਸ ਕੀਤਾ ਵੀ ਮੈਨੂੰ ਐਡਾ ਵੱਡਾ ਤੁਸੀਂ ਇੱਕ ਬਣਾ ਰਹੇ ਹੋ? ਅਤੇ ਕਹਿੰਦੇ ਵੀ ਤੁਸੀਂ ਜਿਹੜਾ ਸਿੱਖਦੇ ਹੋ ਨਾ, ਉਹ ਲੋਕਾਂ ਨੂੰ ਵੀ ਸਿਖਾਉਂਦੇ ਹੋ। ਜੋ ਤੁਸੀਂ ਲਿਖਦੇ ਆ, ਉਹਦੇ ਨਾਲ ਕਈ ਲੋਕ ਹੋਰ ਜਾਗਦੇ ਆ। ਇਹ ਨਹੀਂ ਕਿ ਤੁਸੀਂ ਕਿਤਾਬ ਪੜ੍ਹ ਲਈ, ਕਿਤਾਬ ਪੜ੍ਹ ਕੇ ਤੁਸੀਂ ਆਪਣੇ ਕੋਲ ਹੀ ਸੀਮਿਤ ਰੱਖ ਲਈ। ਤੁਸੀਂ ਇੱਕ ਵੈਬਸਾਈਟ 'ਤੇ ਲੇਖ ਲਿਖਦੇ ਹੋ, ਤੁਸੀਂ ਇੱਕ ਆਪਣੇ ਤਰਕ ਵਿਚਾਰਾਂ 'ਤੇ ਵੀ ਲਿਖਦੇ ਆ, ਤੁਸੀਂ YouTube ਚੈਨਲ 'ਤੇ ਵੀ ਆਪਣੇ ਬੋਲਦੇ ਆ ਆਪ ਵੀ। ਇਹ ਐਸੇ ਸ਼ਬਦ ਜਿਹੜੇ ਸਾਨੂੰ ਨਹੀਂ ਪਤਾ ਸਾਡੇ ਸਮਾਜ ਦੇ ਲੋਕਾਂ ਨੂੰ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਮਾਲਵਾ ਥੋੜ੍ਹਾ ਜਿਹਾ ਜਿਹੜਾ ਪ੍ਰਚਾਰ ਹੁੰਦਾ ਨਾ ਮਾਲਵੇ 'ਚ,
ਉੱਥੇ ਜ਼ਿਆਦਾ ਪਾਠੀ ਸਿੰਘਾਂ ਦਾ ਪ੍ਰਚਾਰ ਜ਼ਿਆਦਾ। ਜੋ ਪਾਠੀ ਸਿੰਘ ਆ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਚਾਰ ਕਰਦੇ ਕਥਾਵਾਚਕ ਨੇ, ਉਹ ਸਿੱਖੀ ਨੂੰ ਉਸ ਤਰੀਕੇ ਨਾਲ ਜਿੱਦਾਂ ਪੇਸ਼ ਕਰ ਰਹੇ ਹਨ, ਉਸ ਤਰੀਕੇ ਨਾਲ ਲੋਕ ਉਹਨੂੰ ਸਮਝਦੇ ਆ। ਸਾਡੇ ਵੀ ਰਿਸ਼ਤੇਦਾਰ ਬਹੁਤ ਮੇਰੇ ਜ਼ਿਆਦਾ ਮਾਲਵੇ 'ਚ ਰਿਸ਼ਤੇਦਾਰੀਆਂ, ਮੇਰੇ ਜਿਹੜੇ ਮੰਮੀ ਡੈਡੀ ਵਾਲੀ ਰਿਸ਼ਤੇਦਾਰੀਆਂ ਉਹ ਹੈਗੀਆਂ ਮਾਲਵੇ 'ਚ। ਜਿਹੜੀਆਂ ਮੇਰੇ ਸਹੁਰਿਆਂ ਵਾਲੀਆਂ ਰਿਸ਼ਤੇਦਾਰੀਆਂ ਉਹ ਸਾਰੀਆਂ ਦੁਆਬੇ 'ਚ ਆ। ਹੁਣ ਮੇਰਾ ਕੰਮਕਾਰ ਵੀ ਜ਼ਿਆਦਾ ਦੁਆਬੇ 'ਚ ਆ, ਅਤੇ ਇਸੇ ਕਰਕੇ ਮੇਰਾ ਦੁਆਬੇ 'ਚ ਆ ਕੇ ਜੋ ਮੈਨੂੰ ਸਿੱਖਿਆ ਮਿਲੀ ਆ, ਉਹ ਇਹ ਖੁੱਲ੍ਹੀ ਸਿੱਖਿਆ ਮਿਲੀ ਆ ਵੀ ਪੜ੍ਹੇ ਲਿਖੇ ਵਿਦਵਾਨਾਂ ਦੇ ਨਾਲ ਬੈਠ ਕੇ ਵੀ ਇਹ ਜਿਹੜੀ ਭਗਤੀ ਲੈਨ ਹੈ ਕੀ ਚੀਜ਼ ਆ, ਅਤੇ ਸਿੱਖਿਆ ਹੈ ਕੀ ਚੀਜ਼ ਆ, ਫਿਰ ਸਿੱਖਣ ਦੇ ਅਧਿਕਾਰ ਕੀ ਚੀਜ਼ ਆ, ਸੰਘਰਸ਼ ਕੀ ਆ, ਪਿਛਲੀ ਹਿਸਟਰੀ ਕੀ ਆ, ਅਤੇ ਉਹ ਸਾਰਾ ਮੈਂ ਇੱਧਰ ਆ ਕੇ ਪੜ੍ਹਿਆ। ਇੱਧਰ ਆ ਕੇ ਪੜ੍ਹਿਆ ਤਾਂ ਪਤਾ ਲੱਗ ਗਿਆ ਫਿਰ ਵੀ ਇਹ ਤਾਂ ਜੀ ਇੱਥੇ ਤਾਂ ਸਾਡੀ ਸੋਚ ਇੱਥੇ ਟਿਕੀ ਹੋਈ ਸੀ, ਇਹ ਤਾਂ ਬਹੁਤ ਹਲੇ ਸਿੱਖਣ ਦੀ ਲੋੜ ਆ। ਅਤੇ ਹੁਣ ਜਿਹੜੀ ਸਿੱਖਿਆ ਦੀ ਵੱਡੀ ਘਾਟ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਸਾਡੇ ਸਮਾਜ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਰੱਬ ਤੋਂ ਕੀ ਮੰਗਣਾ ਅਤੇ ਸਰਕਾਰ ਤੋਂ ਕੀ ਮੰਗਣਾ। ਬਹੁਤ ਵੱਡਾ ਫਾਰਮੂਲਾ, ਬਹੁਤ ਵੱਡੀ ਸਮੱਸਿਆ ਵੀ ਅਸੀਂ ਰੱਬ ਤੋਂ ਕੀ ਮੰਗਣਾ, ਸਰਕਾਰ ਤੋਂ ਕੀ ਮੰਗਣਾ। ਜਿਹੜਾ ਸਰਕਾਰ ਆ ਸਾਡੇ, ਜੋ ਅਸੀਂ ਸਰਕਾਰਾਂ ਤੋਂ ਵੀ ਮੰਗਣਾ ਨਾ, ਅਸੀਂ ਸਾਡੇ ਲਈ ਰੁਜ਼ਗਾਰ, ਸਾਡੇ ਲਈ ਸਿੱਖਿਆ, ਸਾਡੇ ਲਈ ਸਿਹਤ, ਜਿਹੜਾ ਇਲਾਜ ਆ ਉਹ ਸਾਡਾ ਪ੍ਰਬੰਧ ਸਰਕਾਰਾਂ ਨੇ ਕਰਨਾ। ਲੇਕਿਨ ਅਸੀਂ ਉਹ ਜਿਹੜਾ ਪ੍ਰਬੰਧ ਆ ਅਸੀਂ ਉਹ ਵੀ ਰੱਬ ਤੋਂ ਮੰਗਦੇ ਹਾਂ। ਇਹਦੇ ਵਿੱਚ ਰੱਬ ਦਾ ਕੋਈ ਦੋਸ਼ ਹੀ ਨਹੀਂ, ਨਾ ਰੱਬ ਦਾ ਰੋਲ ਆ ਕੋਈ। ਹਾਲੇ ਦੁਬਾਰਾ ਫਿਰ ਮੈਂ ਕਹਿੰਦਾ ਵੀ ਜਿਹੜੀਆਂ ਸਿਹਤ ਸਿੱਖਿਆਵਾਂ, ਸਾਡੀਆਂ ਸਿਹਤ ਸਮੱਸਿਆਵਾਂ, ਜਿਹੜਾ ਇਲਾਜ ਆ ਅਤੇ ਸਾਡੀਆਂ ਸਿੱਖਿਆਵਾਂ ਅਤੇ ਇਹ ਸਾਡਾ ਰੁਜ਼ਗਾਰ ਆ, ਇਹ ਪੂਰਨ ਤੇ ਪੂਰਨ ਸਰਕਾਰ ਨੇ ਤੈਅ ਕਰਨਾ ਹੁੰਦਾ। ਅਸੀਂ ਨਹੀਂ ਕੀਤਾ, ਸਾਡੀਆਂ ਸਰਕਾਰਾਂ ਨਹੀਂ ਕਰਦੀਆਂ, ਅਸੀਂ ਰੱਬ ਤੋਂ ਮੰਗੀ ਜਾਂਦੇ ਹਾਂ। ਇਸੇ ਕਰਕੇ ਰੱਬ ਦਾ ਕੋਈ ਦੋਸ਼ ਨਹੀਂ ਜ਼ਿਆਦਾ। ਰੱਬ ਠੀਕ ਹੈ, ਰੱਬ ਨੇ ਸਾਨੂੰ ਇਨਸਾਨ ਬਣਾਇਆ, ਧੰਨਵਾਦ। ਜੇ ਤੁਸੀਂ ਰੱਬ ਨੂੰ ਮੰਨ ਵੀ ਲਿਆ, ਰੱਬ ਨੇ ਸਾਨੂੰ ਇਨਸਾਨ ਦੇ ਰੂਪ 'ਚ ਪੈਦਾ ਕੀਤਾ। ਇਸੇ ਇਨਸਾਨ ਬਣ ਕੇ ਕੀ ਅਸੀਂ ਦੁਨੀਆਦਾਰੀ ਨੂੰ ਕਿੰਨਾ ਕੁ ਸਮਝ ਸਕੇ, ਕਿੰਨਾ ਕੁ ਸਿੱਖ ਸਕੇ, ਇੱਥੇ ਸਾਨੂੰ ਧਿਆਨ ਦੇਣ ਦੀ ਲੋੜ ਆ। ਸੋ ਦੋਸਤੋ, ਮੇਰੇ ਪਿਤਾ, ਮੇਰੇ ਮਾਤਾ, ਮੇਰੇ ਭੈਣ ਭਰਾ ਸ਼ਾਇਦ ਇੰਨਾ ਨਹੀਂ ਜਾਣਦੇ ਜਿਹੜਾ ਕਿ ਮੈਨੂੰ ਇੱਧਰ ਆ ਕੇ ਇੰਨਾ ਸਿੱਖਣ ਨੂੰ ਮਿਲਿਆ। ਮੇਰੇ ਪਿੰਡ ਵਾਸੀ ਵੀ ਨਹੀਂ ਇੰਨਾ ਜਾਣਦੇ ਕਿ ਜਿੰਨਾ ਮੈਨੂੰ ਇੱਧਰ ਜਾ ਕੇ ਸਿੱਖਣ ਨੂੰ ਮਿਲਿਆ। ਸੋ ਦੋਸਤੋ, ਮੈਂ ਚਾਹੁੰਦਾ ਇਹ ਸਾਰੇ ਹੀ ਸਿੱਖ ਸਕਦੇ ਆ। ਸਿੱਖਣ ਦਾ ਲੈਵਲ ਸਮੇਂ ਦੇ ਹਿਸਾਬ ਨਾਲ ਵੱਧਦਾ ਜਾਂਦਾ। ਅਸੀਂ ਇਹ ਨਹੀਂ ਹੈਗਾ ਵੀ ਅਸੀਂ 500 ਸਾਲ ਪਿੱਛੇ ਬੈਠੇ ਰਹਿਣਾ। ਅਸੀਂ ਪਿਛਲੀਆਂ ਜੋ ਸਾਡੇ ਰਹਿਬਰਾਂ ਦੀਆਂ ਨਿਸ਼ਾਨੀਆਂ ਸਾਡੀਆਂ ਜਾਂ ਉਹਨਾਂ ਦੀਆਂ ਵਿਚਾਰ ਆ, ਉਹਨੂੰ ਅਸੀਂ ਪੂਜਣਾ। ਠੀਕ ਆ, ਪੂਜ ਵੀ ਲਿਆ, ਲੇਕਿਨ ਉਹਨੂੰ ਮੰਨਣਾ ਉਹ ਤੋਂ ਵੱਡੀ ਗੱਲ ਆ। ਸਾਡੇ ਰਹਿਬਰਾਂ ਦੀਆਂ ਆਦੇਸ਼ਾਂ ਨੂੰ, ਵਿਚਾਰਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਮੰਨਣਾ, ਮੰਨ ਕੇ ਚੱਲਣਾ, ਇਹ ਵੱਡੀ ਗੱਲ ਆ ਨਾ। ਇਸੇ ਕਰਕੇ ਮੈਂ ਚਾਹੁੰਦਾ ਵੀ ਅਸੀਂ ਜਿਹੜੀ ਸਾਡੀ ਸਿੱਖਿਆ ਦੀ ਘਾਟ ਆ ਨਾ, ਇਹ ਸਾਡੀ ਦੂਰ ਹੋਵੇ, ਇਹ ਪੂਰੀ ਹੋਵੇ। ਇਹ ਕਿੱਥੋਂ ਹੋਣੀ ਆ? ਇਹ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਹੋਣੀ ਆ। ਹੁਣ ਮੈਂ ਕਈ ਵਾਰੀ ਮੇਰੇ ਦੋਸਤ ਵਿਚਾਰ ਕਰ ਲੈਂਦੇ ਆ ਵੀ ਤੁਸੀਂ ਹੁਣ ਤਰਕ ਵਿਚਾਰ ਕਰਦੇ ਹੋ ਵੀ ਤੁਸੀਂ ਪੂਜਾ ਕਿਹਦੀ ਕਰਦੇ ਹੋ, ਤੁਹਾਡੇ ਲਈ ਸਭ ਤੋਂ ਜ਼ਿਆਦਾ ਪੂਜਣਯੋਗ ਸਥਾਨ ਕਿਹੜਾ? ਦੋਸਤੋ, ਅੱਜ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਲਈ ਪੂਜਣਯੋਗ ਸਥਾਨ ਸਰਕਾਰੀ ਸਕੂਲ ਆ, ਜੋ ਮੇਰੇ ਘਰ ਦੇ ਬਿਲਕੁਲ ਸਾਹਮਣੇ ਪੈਂਦਾ। ਇੱਥੇ ਮੇਰਾ ਕੰਮ ਫਲੋਰ ਦੇ ਵਿੱਚ, ਇੱਥੇ ਵੀ ਸਾਹਮਣੇ ਸਕੂਲ ਪੈਂਦਾ। 24 ਘੰਟੇ ਮੇਰੇ ਦਿਮਾਗ ਦੇ ਸਾਹਮਣੇ ਮੇਰਾ ਸਿੱਖਿਆ ਦਾ ਦਾਤਾ, ਸਿੱਖਿਆ ਦਾ ਕੇਂਦਰ ਮੇਰੇ ਸਾਹਮਣੇ ਰਹਿੰਦਾ। ਮੈਂ ਉਸ ਨੂੰ ਸਲੂਟ ਕਰਦਾ, ਕਦੇ ਮੈਂ ਮੱਥਾ ਨਹੀਂ ਟੇਕਦਾ, ਕਿਉਂਕਿ ਮੱਥਾ ਟੇਕਣਾ ਇੱਕ ਮਾਨਸਿਕ ਗੁਲਾਮੀ ਦਾ ਚਿੰਨ੍ਹ, ਅੰਧ ਵਿਸ਼ਵਾਸੀ, ਅੰਧ ਭਗਤੀ ਦਾ ਚਿੰਨ੍ਹ। ਮੈਂ ਸਲੂਟ ਕਰਦਾ ਕਿ ਹਮੇਸ਼ਾ ਦੇ ਹਮੇਸ਼ਾ ਜੇ ਸਾਨੂੰ ਸਿੱਖਿਆ ਮਿਲਣੀ ਆ, ਉਹ ਸਕੂਲਾਂ ਕਾਲਜਾਂ ਤੋਂ ਮਿਲਣੀ ਆ, ਯੂਨੀਵਰਸਿਟੀ ਤੋਂ ਮਿਲਣੀ ਆ, ਜਿਨ੍ਹਾਂ ਦੇ ਲਈ ਸਾਡੇ ਰਹਿਬਰਾਂ ਨੇ ਐਡੀ ਘਾਲਣਾ ਘਾਲੀ, ਇੰਨਾ ਸੰਘਰਸ਼ ਕੀਤਾ, ਐਡੇ ਗ੍ਰੰਥ ਲਿਖੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹ ਸਾਰੀ ਬਾਣੀ ਇਹੀ ਆ ਵੀ ਸਿੱਖਿਆ ਦੀ ਲੋੜ ਆ ਸਾਡੇ ਸਮਾਜ ਨੂੰ। ਅੱਜ ਸਿੱਖਿਆ ਦਾ ਪ੍ਰਬੰਧ ਆ ਜਿਹੜਾ, ਉਹ ਸਾਡੇ ਸੰਵਿਧਾਨ ਨੇ ਸਾਡੇ ਲਈ ਕੀਤਾ ਹੋਇਆ, ਅਸੀਂ ਉਹ ਜਾਣ ਨਹੀਂ ਸਕੇ। ਅਸੀਂ ਉਹ ਕਮੀ ਸਾਡੇ ਵਿੱਚ ਹੈਗੀ ਆ। ਅਸੀਂ ਸਕੂਲ ਨੂੰ ਘੱਟ ਅਤੇ ਜ਼ਿਆਦਾ ਅਸੀਂ ਉਹਨਾਂ ਦੇ ਫਲਸਫਿਆਂ ਨੂੰ ਸਮਝਣ ਦੀ ਬਜਾਏ ਸਿਰਫ ਪੂਜਣ ਤੱਕ, ਸਿਰਫ ਥੋੜ੍ਹਾ ਬਹੁਤਾ ਪ੍ਰਸ਼ਾਦ ਖਾਣ ਤੱਕ, ਇੱਥੇ ਤੱਕ ਹੀ ਸੀਮਤ ਹਾਂ ਅਸੀਂ ਸਮਝਿਆ ਹੀ ਨਹੀਂ ਉਹਨਾਂ ਨੂੰ।
ਜਦੋਂ ਅਸੀਂ ਸਮਝ ਲਿਆ ਸਾਨੂੰ ਪਤਾ ਲੱਗ ਜਾਏਗਾ ਵੀ ਇਹ ਗੁਰਬਾਣੀ ਕਹਿੰਦੀ ਕੀ ਹੈ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਔਰ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਗੱਲ ਕਰਦੇ ਸੀ ਹੁਣੇ, ਆਪਾਂ ਉਹਨਾਂ ਨੂੰ ਜੇ ਪੁੱਛਣਾ ਹੋਵੇ ਮਹਾਰਾਜ ਤੁਹਾਨੂੰ ਕਿੰਨੀ ਕੁ ਨੌਲੇਜ ਤੇ ਕਿੱਥੋਂ ਮਿਲੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਉਹ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਦੱਸਦੇ ਆ, ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋਗਿਕ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ, ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਸੀਵੇ ਹਰਿਆ। ਮਤਲਬ ਤੇਰੇ ਕੀਤੇ ਨੂੰ ਮੈਂ ਜਾਣ ਨਹੀਂ ਸਕਦਾ। ਜੇ ਪਰ ਕਾਇਨਾਤ ਦੇ ਵਿੱਚ ਪੂਰੀ ਕਾਇਨਾਤ ਨੂੰ ਰਚਣ ਵਾਲਾ ਚਲਾਉਣ ਵਾਲਾ ਕੋਈ ਸ਼ਕਤੀ ਹੈ ਤਾਂ ਉਹਨੂੰ ਆਪਾਂ ਜਾਣ ਨਹੀਂ ਸਕਦੇ। ਤੇਰਾ ਕੀਤਾ ਜਾਣ ਜਾਤੋਂ ਨਹੀਂ ਮੈਨੂੰ ਜੋਗਿਕ ਤੋਈ, ਵੀ ਇਹਦੇ ਤਾਂ ਕੋਈ ਜੋਗ ਜੁਗਤ ਵੀ ਹੈ ਨਹੀਂ ਮੇਰੇ ਕੋਲੇ ਵੀ ਮੈਂ ਇਸ ਨੂੰ ਜਾਣ ਸਕਾਂ। ਮੈਂ ਨਿਰਗੁਣ ਯਾਰ ਇੱਕੋ ਗੁਣ ਨਹੀਂ, ਮੇਰੇ ਨਿਰਗੁਣਾ, ਮੇਰੇ ਕੋਲ ਗੁਣ ਵੀ ਹੈ ਨਹੀਂ ਕੋਈ, ਮੈਂ ਤੈਨੂੰ ਚੰਗੀ ਤਰ੍ਹਾਂ ਸਮਝ ਸਕਾਂ। ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ, ਤਰਸ ਪਿਆ ਮਹਿਰਮਤ ਹੋਈ, ਮੇਰੇ ਤੇ ਤਰਸ ਪਿਆ ਵਾ। ਕਿਹਨੇ ਤਰਸ ਕੀਤਾ? ਸਿੱਖਿਆ ਦੇਣ ਵਾਲੇ ਗੁਰੂ ਨੇ, ਸਿੱਖਿਆ ਦੇਣ ਵਾਲੇ ਗੁਰੂ ਨੇ ਮੇਰੇ ਤੇ ਤਰਸ ਕੀਤਾ। ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲ ਗਿਆ, ਮਿੱਤਰ ਦੇ ਰੂਪ ਦੇ ਵਿੱਚ ਗੁਰੂ ਮਿਲ ਗਿਆ, ਬੰਦਾ ਮਿਲ ਗਿਆ ਜਿਹਨੇ ਮੈਨੂੰ ਸਿੱਖਿਆ ਦਿੱਤੀ। ਹੁਣ ਕੌਣ ਸੀ ਗੁਰੂ ਉਹਨਾਂ ਦੇ? ਚਾਹੇ ਉਹਨਾਂ ਦੇ ਪਿਤਾ ਸੀਗਾ ਤਾਂ ਗੁਰੂ, ਸਿੱਖਿਆ ਦੇਣ ਵਾਲਾ ਸੀ ਉਸ ਟਾਈਮ ਸਤਿਗੁਰੂ ਰਾਮਦਾਸ ਮਹਾਰਾਜ। ਇਸੇ ਕਰਕੇ ਅਸੀਂ ਸਿੱਖਿਆ ਦੇਣ ਵਾਲੇ ਗੁਰੂ ਨੂੰ ਸਲਾਮ ਕਰਨੇ, ਉਹਦੇ ਕੋਲ ਜਾਣਾ। ਅੱਜ ਸਿੱਖਿਆ ਕੌਣ ਦਿੰਦਾ? ਅੱਜ ਸਿੱਖਿਆ ਦਿੰਦੇ ਆ ਸਕੂਲ, ਕਾਲਜ, ਯੂਨੀਵਰਸਿਟੀਆਂ, ਪੂਰੇ ਵਰਲਡ ਦੇ ਵਿੱਚ ਇਹੀ ਸਾਨੂੰ ਸਿੱਖਿਆ ਦੇ ਰਹੀ ਆ। ਹੁਣ ਸਾਡੇ ਵਾਲੇ ਲੋਕ ਕਿੱਧਰ ਨੂੰ ਜਾਂਦੇ ਆ? ਸਾਡੇ ਲੋਕ ਬਾਬਿਆਂ ਵੱਲ ਨੂੰ ਤੁਰ ਪੈਂਦੇ ਵੀ ਉੱਥੋਂ ਸਾਨੂੰ ਸਹਿਜ ਸਿੱਖਿਆ ਮਿਲੂਗੀ, ਸਾਡੀ ਆਤਮਾ ਨੂੰ ਸ਼ਾਂਤੀ ਮਿਲੂਗੀ। ਤੁਸੀਂ ਆਤਮਾ ਦੀ ਸ਼ਾਂਤੀ ਲੱਭੀ ਜਾਓ, ਬੱਚੇ ਬੇਰੁਜ਼ਗਾਰ ਹੋ ਕੇ ਆਈਲੈਟਸ ਕਰਕੇ ਅੰਗਰੇਜ਼ਾਂ ਦੇ ਮੁਲਕ ਨੂੰ ਜਾਈ ਜਾਂਦੇ ਆ। ਜਿਹੜੇ ਅੰਗਰੇਜ਼ ਆਪਾਂ ਇੱਥੋਂ ਭਜਾਏ, ਉਹਨਾਂ ਨੂੰ ਕਾਹਨੂੰ ਭਜਾਉਣਾ ਸੀ? ਫਿਰ ਉਹਨਾਂ ਨੇ ਇੱਥੇ ਆਪਾਂ ਨੂੰ ਆਈਲੈਟਸ ਕਰਕੇ ਇੱਥੇ ਰੁਜ਼ਗਾਰ ਦੇਣਾ ਸੀ। ਉਹ ਤੁਹਾਨੂੰ ਪੜ੍ਹਾਉਂਦੇ ਵੀ ਆ, ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਦਿੰਦੇ ਆ, ਫਿਰ ਪੱਕੇ ਵੀ ਕਰਦੇ ਆ, ਫਿਰ ਬੁਢਾਪੇ ਪੈਨਸ਼ਨ ਵੀ ਦਿੰਦੇ ਆ, ਤੁਹਾਡੇ ਇਲਾਜ ਵੀ ਕਰਦੇ ਆ, ਸਾਰਾ ਕੁਛ ਕਰੀ ਜਾਂਦੇ। ਫਿਰ ਤਾਂ ਰੱਬ ਉਹਨਾਂ ਤੋਂ ਵੱਡੇ, ਫਿਰ ਰੱਬ ਤਾਂ ਸਾਨੂੰ ਕੁਛ ਵੀ ਨਹੀਂ ਦਿੰਦਾ। ਰੱਬ ਤਾਂ ਸਾਡੇ ਅੰਗਰੇਜ਼ ਆ, ਲੈ ਕੇ ਉਹਨਾਂ ਨੂੰ। ਸੋ ਦੋਸਤੋ, ਘਾਟ ਕਿਤੇ ਨਾ ਕਿਤੇ ਸਾਡੇ ਵਿੱਚ ਆ। ਸਰਕਾਰਾਂ ਸਾਡੀਆਂ ਜੋ ਹੁਣ ਅੱਜ ਧਰਨੇ 'ਤੇ, ਕਿਸਾਨ ਧਰਨੇ 'ਤੇ ਬੈਠੇ ਆ, ਉਹ ਸਾਨੂੰ ਲੁੱਟਣ 'ਤੇ ਹੋਈਆਂ, ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਲ ਰਲ ਕੇ ਸਾਨੂੰ ਲੁੱਟਣ 'ਤੇ ਹੋਈਆਂ। ਕਿਉਂ ਹੋਈਆਂ? ਕਿਉਂਕਿ ਸਾਨੂੰ ਸਿੱਖਿਆ ਦੀ ਘਾਟ ਸਾਡੇ ਵਿੱਚ ਹੀ ਆ। ਸਾਡੇ ਬਹੁਤ ਸਾਰੇ ਲੋਕਾਂ ਨੇ ਸਾਡੇ ਲੀਡਰਾਂ ਦੇ ਮਗਰ ਲੱਗ ਕੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ। ਕੋਈ ਕਹਿੰਦੇ ਸੀ ਨੋਟਾਂ ਦੇ ਭਰ ਟਰੱਕ ਆਉਣਗੇ, ਕਹਿੰਦੇ ਸੀ ਨਾ, ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਉਦੋਂ ਤਾਂ 2 ਵਾਰੀ ਬਣ ਗਏ, ਟਰੱਕ ਆ ਗਏ ਹੋਣੇ ਆ, ਲੰਬੀ 'ਚ ਆ ਗਏ ਹੋਣੇ ਆ। ਇਸੇ ਕਰਕੇ ਸਾਨੂੰ ਸਿੱਖਿਆ ਦੀ ਘਾਟ ਆ। ਅੱਜ ਅਸੀਂ ਫੇਰ ਕਿਤੇ ਨਾ ਕਿਤੇ ਅਸੀਂ ਫਸ ਜਾਣਾ। ਸਾਡੇ ਨਿੱਕੀ ਨਿੱਕੀ ਗੱਲ ਜਦੋਂ ਸਾਨੂੰ ਪੈਂਦੀ ਹੈ, ਕਿਤੇ ਸਾਡਾ ਕਿਸੇ ਨਾਲ ਝਗੜਾ ਹੋ ਜਾਂਦਾ, ਆਲੇ ਦੁਆਲੇ ਸਾਡੇ ਘਰਾਂ 'ਚ ਹੀ ਆਪਸ ਵਿੱਚ ਝਗੜਾ ਹੋ ਜਾਂਦਾ ਸੀ। ਵੱਡੇ ਵੱਡੇ ਲੀਡਰਾਂ ਨੂੰ ਫੋਨ ਕਰਦੇ ਸਾਡੀ ਮਦਦ ਕਰੋ ਜੀ, ਮਾਨਸ ਗੁਲਾਮੀ। ਉਹ ਯਾਰ ਕੀ ਆਪਸ ਵਿੱਚ ਲੜੇ ਆ? ਬੈਠ ਕੇ ਰਾਜੀਨਾਮਾ ਕਰ ਲਓ। ਕਿਉਂ ਲੜੇ ਸੀ ਆਪਸ ਵਿੱਚ? ਕਿਤੇ ਸਮਝ ਦੀ ਘਾਟ ਨਾਲ ਲੜੇ ਆ। ਮੈਂ ਵੀ ਇੱਕ ਆਪਣੇ ਆਪ ਨੂੰ ਸਮਝਦਾ, ਜੇ ਮੈਂ ਜ਼ਿਆਦਾ ਸਿੱਖਿਆਵਾਨ ਆ, ਮੈਂ ਕਿਉਂ ਆਮ ਜਿਹੇ ਬੰਦੇ ਨਾਲ ਲੜਾਂ? ਉਹਨੂੰ ਸਮਝਾਵਾਂ ਵੀ ਕਾਕਾ ਇੱਥੇ ਤੂੰ ਗਲਤ ਆ, ਵੀ ਕੋਈ ਗੱਲ ਨਹੀਂ, ਇੱਥੋਂ ਥੋੜ੍ਹਾ ਜਿਹਾ ਸਮਝ, ਮੈਂ ਤੈਨੂੰ ਕੁਛ ਨਹੀਂ ਕਹਿੰਦਾ। ਇਸੇ ਕਰਕੇ ਆਪਾਂ ਵੱਡੇ ਬਣਨਾ ਤਾਂ ਸਾਡੀ ਸੋਚ ਨੂੰ ਵੱਡੀ ਬਣਾਉਣਾ ਪੈਣਾ, ਨਾ ਕਿ ਅਸੀਂ ਕਿਸੇ ਨੂੰ ਡੰਡੇ ਨਾਲ ਸੁਧਾਰ ਕੇ ਆਪਣੇ ਆਪ ਨੂੰ ਵੱਡੇ ਬਣਾ ਲਾਂਗੇ। ਨਹੀਂ ਬਣਾ ਸਕਦੇ, ਇਹ ਵੀ ਗਲਤ। ਪਿਆਰ ਦੇ ਨਾਲ ਸਾਡੇ ਸਮਾਜ ਨੂੰ ਸਿੱਖਿਅਤ ਕਰਨਾ ਪੈਣਾ। ਇਹ ਸਾਡਾ ਮਿਸ਼ਨ ਆ, ਇਹੀ ਸਾਡਾ ਏਮ ਹੋਣਾ ਚਾਹੀਦਾ। ਇਸ ਤਰੀਕੇ ਦੇ ਨਾਲ ਮੈਂ ਪਿੰਡ ਦੇ ਵਿੱਚ ਪੰਚਾਇਤ ਦਾ ਸਹਿਯੋਗ ਵੀ ਕਰਦਾ। ਮੈਂ ਅੱਗੇ ਸਾਡੇ ਬਹੁਤ ਸਾਰੇ ਦੁਆਬੇ ਦੇ ਜਿਹੜੇ ਲੀਡਰ ਸਾਹਿਬਾਨ ਨੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਇਹ ਸਮਾਜਿਕ ਜਾਗਰਤੀ ਲਿਆਉਣ ਦਾ ਜਿਹੜਾ ਮੁਹਿੰਮ ਛੇੜੀ ਹੋਈ ਆ, ਉਹ ਇਸੇ ਤਰ੍ਹਾਂ ਚਲਾਉਂਦੇ ਰਹਾਂਗੇ। ਮੇਰੇ ਪਿੰਡ ਵਾਸੀ ਕਈ ਵਾਰੀ ਮੇਰੀ ਨਿੱਕੀ ਨਿੱਕੀ ਗੱਲ ਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਉਹਨੂੰ ਤਸੱਲੀ ਕਰਾਉਣ ਦਾ, ਉਹ ਗੁੱਸਾ ਕਰ ਲੈਂਦੇ ਆ ਵੀ ਸ਼ਾਇਦ ਇਹ ਸਾਤੋਂ ਨੂੰ ਉੱਪਰ ਹੋ ਗਿਆ ਫਲਾਨਾ, ਜਾਂ ਸਾਨੂੰ ਬੁਲਾਉਂਦਾ ਨਹੀਂ, ਜਾਂ
ਰੁੱਸ ਗਏ ਸਾਡੇ ਨਾਲ। ਸੋ ਦੋਸਤੋ, ਇਹ ਸਮਾਂ ਬੜਾ ਤੇਜ਼ੀ ਨਾਲ ਚੱਲਦਾ, ਅਤੇ ਤੇਜ਼ੀ ਨਾਲ ਚੱਲਣ ਕਰਕੇ ਮੈਂ ਉਹਨਾਂ ਦਾ ਵੀ ਪੂਰਾ ਸਹਿਯੋਗ ਕਰਦਾ। ਕੋਈ ਗੁੱਸਾ ਕਰਨ ਦੀ ਵੀ ਲੋੜ ਨਹੀਂ। ਮੈਂ ਚਾਹੁੰਦਾ ਸਾਰਾ ਪਿੰਡ ਸਾਡਾ ਮਿਲ ਜੁਲ ਕੇ ਰਹੇ। ਜਾਗਰਤੀ ਅਤੇ ਸਿੱਖਿਆ ਨੂੰ ਇੰਨਾ ਸਮਝ ਲਵੇ ਨਾ ਸਾਰਾ ਸੰਸਾਰ, ਸਾਡਾ ਭਾਰਤ ਸਮਝ ਲਵੇ, ਸੰਸਾਰ ਤਾਂ ਸਮਝਿਆ ਹੀ ਹੋਇਆ, ਤਾਂ ਸਾਡੇ ਭਾਰਤ ਦੇ ਵਿੱਚ ਜਿਹੜਾ ਸਵਰਗ ਆ ਉਹ ਇੱਥੇ ਹੀ ਬਣੂਗਾ। ਭਾਰਤ ਫਿਰ ਤੋਂ ਸੋਨੇ ਦੀ ਚਿੜੀ ਬਣ ਸਕਦਾ। ਭਾਰਤ ਦੇ ਵਿੱਚ ਕੋਈ ਘਾਟ ਨਹੀਂ ਹੈਗੀ, ਕੁਦਰਤੀ ਦੀ ਸਾਧਨਾ ਦੀ ਕੋਈ ਭਾਰਤ ਵਿੱਚ ਘਾਟ ਨਹੀਂ ਹੈਗੀ। ਇੱਥੇ ਹਰ ਚੀਜ਼ ਇੱਥੋਂ ਹੀ ਮਿਲਦੀ ਆ, ਸਾਨੂੰ ਕੋਈ ਚੀਜ਼ ਬਾਹਰੋਂ ਨਹੀਂ ਲਾਉਣੀ ਪੈਂਦੀ। ਹਰ ਚੀਜ਼ ਇੱਥੇ ਮਿਲਦੀ ਆ। ਲੇਕਿਨ ਸਾਡੇ ਅਗਿਆਨਤਾ ਦੇ ਕਰਕੇ ਸਾਡੇ ਜਿਹੜੇ ਰਾਜ ਕਰਦੇ ਲੋਕ ਆ ਨਾ, ਉਹ ਵੱਡੇ ਵੱਡੀ ਕੰਪਨੀਆਂ ਨੂੰ ਠੇਕੇ ਦੇ ਕੇ ਉਹ ਲੁੱਟੀ ਜਾ ਰਹੇ। ਸਾਡੇ ਸਤਲੁਜ ਦਾ ਰੇਤਾ ਜੋ ਫ੍ਰੀ ਆ, ਦਰਿਆ ਪੈਸੇ ਨਹੀਂ ਮੰਗਦਾ। ਕੌਣ ਚੱਕਦਾ, ਕੌਣ ਵੇਚਦਾ? ਸਾਨੂੰ ਵੇਚਦਾ। ਸਾਡੇ ਲੋਕਾਂ ਨੂੰ ਕੰਪਨੀਆਂ ਰੇਤੇ ਦੀਆਂ ਚੱਕਣ ਵਾਲੀਆਂ ਦਰਿਆ 'ਚੋਂ ਰੇਤਾ ਚੱਕ ਕੇ ਸਾਡੇ ਪਬਲਿਕ ਨੂੰ ਮਹਿੰਗੇ ਭਾਅ ਵੇਚੀ ਜਾਂਦੇ ਆ। ਪੈਸਾ ਕਿੱਥੇ ਜਾਂਦਾ? ਰੱਬ ਖਾਂਦਾ? ਦਰਿਆ ਖਾਂਦਾ? ਕੋਈ ਨਹੀਂ ਖਾਂਦਾ। ਇਸੇ ਕਰਕੇ ਸਾਨੂੰ ਸਮਝਣ ਦੀ ਲੋੜ ਆ। ਸੋ ਦੋਸਤੋ, ਆਪਣੀਆਂ ਆਪਸ ਵਿੱਚ ਲੜਾਈਆਂ ਝਗੜੇ ਛੱਡ ਕੇ ਸਿੱਖਿਆ 'ਤੇ ਧਿਆਨ ਦੇ ਦਈਏ। ਇਸੇ ਸਿੱਖਿਆ ਨੂੰ ਸਮਝਣ 'ਤੇ ਧਿਆਨ ਦੇ ਦਈਏ। ਇਹ ਪੂਜਣਾ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਖੜੀਏ, ਸਮਝਣ 'ਤੇ ਜ਼ੋਰ ਲਾਈਏ। ਸਾਨੂੰ ਸਮਝ ਆ ਜਾਵੇ ਵੀ ਸਿੱਖਿਆ ਹੈ ਕੀ ਆ ਅਤੇ ਸਿੱਖਿਆ ਮਿਲਣੀ ਕਿੱਥੋਂ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।